ਇਹ ਪੂਰੇ ਹੋ ਗਏ ਆ ਤੇ ਫਿਰ ਘਰ ਵੀ ਚਲਾਉਣਾ ਬੜਾ ਔਖਾ ਹੁੰਦਾ ਹੈ। ਫਿਰ ਸੌਦਾ ਪੱਤਾ ਵੀ ਫਿਰ ਬਹੁਤ ਮੁਸ਼ਕਲ ਹੁੰਦੀ ਆ। ਘਰ ਵਿੱਚ ਕੋਈ ਵੀ ਮੁਸ਼ਕਲ ਪੈ ਜਾਂਦੀ ਆ। ਬੱਤੀ ਦੀ ਵੀ ਮੁਸ਼ਕਲ ਹੋ ਜਾਂਦੀ ਹੈ। ਫਿਰ ਸਾਡੇ ਕੋਠੇ ਵੀ ਖਰਾਬ ਹੋ ਗਏ। ਛੱਤ ਜਦੋਂ ਮੀਂਹ ਵਰਦਾ ਉਦੋਂ ਸਾਡੀ ਸਾਰੀ ਛੱਤ ਚੋਂਦੀ ਹੈ। ਸਾਡੇ ਕੋਈ ਨਹੀਂ ਬਹਿਣ ਖਲੋਣ ਨੂੰ ਥਾਂ ਲਈ। ਕੋਈ ਸਰਕਾਰ ਵੱਲੋਂ ਅਜੇ ਤੱਕ ਕੋਈ ਮਦਦ ਹੋਈ ਤੁਹਾਡੀ? ਨਹੀਂ ਵੀਰ ਜੀ, ਅਜੇ ਕਿਸੇ ਨੇ ਨਹੀਂ ਕੀਤੀ। ਉੱਦਾਂ ਸਾਡਾ ਪਿੰਡ ਦਾ ਸਰਪੰਚ ਕਹਿੰਦਾ ਹੈ ਜਦੋਂ ਗ੍ਰਾਂਟ ਆਊਗਾ ਤੇ ਫਿਰ ਮੈਂ ਤੁਹਾਡੀ ਮਦਦ ਕਰੂੰਗਾ। ਅਜੇ ਤੱਕ ਕੋਈ ਵੀ ਵੀਰ ਭਰਾ ਕਹਿੰਦੇ ਸੀ ਅਸੀਂ ਜਦੋਂ ਝੋਨਾ ਹੋਊਗਾ ਉਦੋਂ ਤੁਹਾਡੀ 150 ਰੁਪਈਆ ਇਕੱਠੇ ਕਰਕੇ ਤੇ ਫਿਰ ਅਸੀਂ ਤੁਹਾਡੀ ਮਦਦ ਕਰਾਂਗੇ ਜਦੋਂ ਸਾਡੀ ਸਾਉਣੀ ਆਉਂਦੀ। ਸਰਕਾਰ ਵੱਲੋਂ ਜਿਹੜੀਆਂ ਛੱਤਾਂ ਪਾਉਣ ਲਈ ਗਰੀਬ ਪਰਿਵਾਰਾਂ ਨੂੰ ਪੈਸੇ ਭੇਜੇ ਗਏ, ਤੁਹਾਨੂੰ ਇਸ ਤਰ੍ਹਾਂ ਦਾ ਕੋਈ ਪੈਸਾ ਨਹੀਂ ਮਿਲਿਆ? ਨਹੀਂ ਵੀਰ ਜੀ, ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਪੈਸਾ ਘੱਲਿਆ ਤੇ ਸਾਡਾ ਘਰ ਦਾ ਹਾਲਤ ਹੀ ਬੜੀ ਮਾੜੀ ਆ। ਸਾਡੀ ਰੋਟੀ ਪਾਣੀ ਦਾ ਵੀ ਬੜਾ ਔਖਾ ਗੁਜ਼ਾਰਾ ਹੁੰਦਾ ਆ ਤੇ ਬੰਦਾ ਘਰ ਵਿੱਚ ਹੋਵੇ ਰੋਟੀ ਪਾਣੀ ਦਾ ਹੁੰਦਾ ਗੁਜ਼ਾਰਾ, ਜਨਾਨੀ ਵਿਚਾਰੀ ਨੇ ਕੀ ਕਰ ਲੈਣਾ ਜਾਂ ਇੱਦਾਂ ਹੀ ਫਿਰ ਟਾਈਮ ਪਾਸ ਮਾੜਾ ਮੋਟਾ ਹੋ ਜਾਂਦਾ ਜਾਂ ਸਾਡੇ ਆਂਢੀ ਗੁਆਂਢੀ ਮਦਦ ਕਰ ਦਿੰਦੇ ਤੇ ਜਾਂ ਕੋਈ ਭੈਣ ਭਰਾ ਕੋਈ ਰੱਬ ਤਰਸੀ ਸਾਨੂੰ ਕੋਈ 150 ਦੇ ਹੀ ਦਿੰਦਾ। ਜਦੋਂ ਤੁਹਾਡੇ ਪਤੀ ਦੇਵ ਹੈਗੇ ਸੀ ਤਾਂ ਉਦੋਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਸੀ ਹੈਗੀਆਂ ਨਾ? ਨਹੀਂ, ਉਦੋਂ ਨਹੀਂ ਹੈਗੀਆਂ। ਜਦੋਂ ਅਨੰਦਪੁਰ ਸਾਹਿਬ ਗਿਆ ਉਹਦੇ ਲੱਤ ਕੱਟੀ ਗਈ, ਉਹਦੇ ਕਰਕੇ ਫਿਰ ਜ਼ਿਆਦਾ ਘਰ ਦੇ ਹਾਲਤ ਮਾੜੇ ਹੋ ਗਏ। ਬੰਦਾ ਬਾਹਰੋਂ ਕੁਛ ਲਿਆਉਂਦਾ ਸੀ, ਘਰ ਵਿੱਚ ਟਾਈਮ ਪਾਸ ਹੋ ਜਾਂਦਾ ਸੀ। ਹੁਣ ਬੱਚਾ ਛੋਟਾ, ਇੰਨਾ ਪੈਸਾ ਕਿੱਥੋਂ ਆਵਣਾ। ਤਾਂ ਰਿਸ਼ਤੇਦਾਰਾਂ ਵੱਲੋਂ ਕੋਈ ਤੁਹਾਡੇ ਜਿਹੜੇ ਪੇਕਾ ਪਰਿਵਾਰ ਆ ਜਾਂ ਸਹੁਰਾ ਪਰਿਵਾਰ ਦੇ ਵਿੱਚ ਕੋਈ ਹੋਏਗਾ, ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਤੁਹਾਡੀ? ਨਾ ਵੀਰ, ਕਿਸੇ ਨੇ ਨਹੀਂ ਸਾਡੀ ਮਦਦ ਕੀਤੀ, ਕਿਸੇ ਰਿਸ਼ਤੇਦਾਰ ਨੇ ਨਹੀਂ। 2 ਸਾਲ ਹੋ ਗਏ ਕਦੀ ਕਿਸੇ ਨੇ ਆ ਕੇ ਵੇਖਿਆ ਨਹੀਂ ਤੂੰ ਹੈਗੀ ਆ ਕਿ ਤੂੰ ਮਰ ਗਈ ਆ। ਕਦੀ ਨਹੀਂ ਕਿਸੇ ਨੇ ਨਾ ਫੋਨ ਕੀਤਾ ਨਾ ਸਾਡੇ ਘਰ ਕੋਈ ਆਇਆ ਹੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਮਦਦ ਕੀਤੀ ਗਈ ਹੈ, ਜਿਹੜੇ ਰਾਜਨੀਤਿਕ ਬੰਦੇ ਵੱਲੋਂ ਕਿਸੇ ਨੂੰ ਮਦਦ ਨਹੀਂ ਕੀਤੀ ਗਈ, ਜਿਵੇਂ ਕਿਸੇ ਨੂੰ ਅਪਰੋਚ ਨਹੀਂ ਕੀਤਾ ਗਿਆ ਇਹਨਾਂ ਵੱਲੋਂ? ਅਸੀਂ ਵੀ ਸਾਰੇ ਲੈ ਕੇ ਤੁਰੇ ਫਿਰਦੇ ਨੂੰ ਕਹਿੰਦੇ ਰਹੇ। ਅਸੀਂ ਸਰਪੰਚ ਨੂੰ ਵੀ ਘਰ ਸੱਦ ਕੇ 2 ਵਾਰਾਂ ਕਿਹਾ ਵਾ। ਉਹ ਕਹਿਣ ਲੱਗਾ ਵੀ ਅਸੀਂ ਗ੍ਰਾਂਟ ਆਊ ਤੇ ਫੇਰ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਅਸੀਂ ਆਖਿਆ ਚੱਲ ਵੀਰ ਜੀ ਇੱਕ ਕੋਠੇ ਤੇ ਮਾੜਾ ਮੋਟਾ ਲੈਂਟਰ ਪਾ ਦਿਓ ਵੀ ਚਲੋ ਗਲੀਆਂ ਦਾ ਚਲੋ ਵਧੀ ਘੜੀ ਰੇਤ ਦਾ। ਤੇ ਇਹ ਵੀਰ ਜੀ ਨੇ ਆਖਿਆ ਲੱਗੇ ਸਾਡੇ ਗਵਾਂਢੀ ਆ ਤੇ ਇਹਨੇ ਕਿਹਾ ਵੀ ਮੈਂ ਦਿਹਾੜੀਆਂ ਦਾ ਪੈਸਾ ਨਹੀਂ ਲਊਂਗਾ। ਤੁਹਾਨੂੰ ਉਦੋਂ ਵੀ ਦੱਸਿਆ ਵੀ ਦਿਹਾੜੀਆਂ ਦਾ ਪੈਸਾ ਮੈਂ ਨਹੀਂ ਲਊਂਗਾ ਤੇ ਵੀ ਤੁਸੀਂ ਵੀ ਕਰ ਦਿਓ, ਇੰਤਜ਼ਾਮ ਕਰ ਦਿਓ, ਜਿਹੜਾ ਖਰਚਾ ਉੱਤੇ ਉਹ ਤੁਸੀਂ ਕਰ ਦਿਓ, ਮੈਂ ਦਿਹਾੜੀਆਂ ਦਾ ਪੈਸਾ ਨਹੀਂ ਲਾਂਗਾ। ਤੇ ਪਰ ਉਹ ਵੀ ਫਿਰ ਜਦੋਂ ਸਰਕਾਰ ਦੇ ਹੱਥ 'ਚ ਵੀ ਸਰਕਾਰ ਉਹਨਾਂ ਨੂੰ ਕਮਰਿਆਂ ਦਾ ਕੋਈ ਆਵੇ ਤੇ ਫੇਰ ਹੀ ਉਹਨਾਂ ਦੇਣਾ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਕਹਿਣਾ ਇਹੋ ਹੀ ਚਾਹੁੰਦੇ ਆ ਜੀ, ਇਹਨਾਂ ਦੇ ਹਾਲਾਤ ਬਹੁਤ ਮਾੜੇ ਘਰ ਦੇ। ਕਮਰੇ ਵੀ ਤੁਸੀਂ ਵੇਖ ਲਿਆ, ਤੰਮੀਆਂ ਦੇ ਖੜੇ ਆ ਤੇ ਕੋਈ ਕਿਸੇ ਗੱਲੋਂ ਮਦਦ ਨਹੀਂ ਇਹਨਾਂ ਦੀ ਹੋਈ। ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਸੀ, ਉਹਨਾਂ ਨੇ ਆਂਦੇ ਵੀ ਸਰਕਾਰ ਲਊਗਾ ਫੇਰ। ਔਖਾ ਕੰਮ ਹੈ ਜਨਾਨੀ ਤੇ, ਤੁਹਾਨੂੰ ਪਤਾ ਵੀ ਘਰੇ ਰਹਿਣਾ ਵੀ ਔਖਾ ਤੇ ਬੱਚਾ ਵੀ ਛੋਟਾ, ਇਹਦੀਆਂ ਵੀ 100 ਮੁਸ਼ਕਲਾਂ ਨੇ। ਬੱਚਾ ਵੀ ਚਾਹੁੰਦਾ ਮੈਂ ਪੜ੍ਹਾਈ ਹੋਵੇ। ਪਿੰਡ ਦਾ ਸਕੂਲਾਂ ਤੁਹਾਨੂੰ ਪਤਾ ਜੋ ਹਾਲਾਤ ਹੈ, ਜਾ ਕੇ ਵੇਖ ਲਓ ਪਾਣੀ ਖਲਾੜਾ ਪਿੰਡ ਦੇ ਸਕੂਲ ਡੱਕਿਆ ਪਿਆ ਆ। ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। ਇਸ ਸਮੇਂ ਮੌਜੂਦ ਆ ਸਰਹੱਦੀ ਤਹਿਸੀਲ ਅਜਨਾਲਾ ਦੇ ਨਜ਼ਦੀਕ ਲੱਗਦੇ ਪਿੰਡ ਹਰਡ ਖੁਰਦ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਜਿਸ ਘਰ ਦੇ ਵਿੱਚ ਆਏ ਹੋਏ ਆ, ਉਸ ਘਰ ਦੇ ਵਿੱਚ ਇੱਕ 9 ਸਾਲ ਦਾ ਬੇਟਾ ਅਤੇ ਉਹਨਾਂ ਦੇ ਜੋ ਮਾਤਾ ਜੀ ਨੇ, ਉਹਨਾਂ ਦੇ ਹਾਲਾਤ ਏਡੇ ਮਾੜੇ ਹੋ ਚੁੱਕੇ ਹਨ ਕਿ ਉਹਨਾਂ ਨੂੰ ਜੋ ਰੋਟੀ ਵੀ ਹੈ ਉਹ ਆਸ-ਪਾਸ ਤੋਂ ਮੰਗ ਕੇ ਖਾਣੀ ਪੈਂਦੀ ਹੈ, ਕਿਉਂਕਿ ਇਹਨਾਂ ਦੇ ਜੋ ਪਤੀ ਦੇਵ ਨੇ ਉਹ ਕੁਝ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਗਏ ਸਨ, ਜਿਨ੍ਹਾਂ ਦੀ ਉੱਥੇ ਡੈਥ ਹੋ ਜਾਂਦੀ ਹੈ। ਸੋ ਲੰਬੀ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਇਹਨਾਂ ਤੋਂ ਕਿ ਕੀ ਹਾਲਾਤ ਨੇ ਇਸ ਸਮੇਂ ਇਹਨਾਂ ਦੇ ਘਰ ਦੇ। ਹਾਂਜੀ ਭੈਣ ਜੀ, ਕਿਵੇਂ ਦੇ ਹਾਲਾਤ ਨੇ ਜੀ ਤੁਹਾਡੇ ਘਰ ਦੇ? ਵੀਰ ਜੀ ਮਾੜੇ ਹੀ ਆ। ਇਹ ਪੂਰੇ ਹੋ ਗਏ ਆ ਤੇ ਫਿਰ ਘਰ ਵਿੱਚ ਚਲਾਉਣਾ ਬੜਾ ਔਖਾ ਹੁੰਦਾ ਹੈ। ਫਿਰ ਸੌਦਾ ਪੱਤਾ ਵੀ ਫਿਰ ਬਹੁਤ ਮੁਸ਼ਕਲ ਹੁੰਦੀ ਆ। 9 ਸਾਲ ਦਾ ਸਾਡਾ ਬੇਟਾ ਹੈ ਤੇ ਇਹ ਫਿਰ ਕਹਿੰਦਾ
ਮੈਂ ਆਹ ਕਰਾਂ, ਮੈਂ ਆਹ ਕਰਾਂ, ਮੈਂ ਆਹ ਕਰਾਂ। ਇਹਦੀਆਂ ਵੱਡੀਆਂ ਵੱਡੀਆਂ ਡਿਮਾਂਡਾਂ ਹੁੰਦੀਆਂ ਤੇ ਮੰਮੀ ਇੰਨਾ ਪੈਸਾ ਕਿੱਥੋਂ ਲਿਆ ਸਕਣ, ਇਹ ਸਰਕਾਰ ਹੀ ਕਰ ਸਕਦੀ ਹੈ। ਫਿਰ ਇਹਦੀ ਲੱਤ ਵੱਢੀ ਗਈ, ਫਿਰ ਵੀ ਇਹ 9 ਸਾਲ ਇਹ ਮੰਜੀ ਤੇ ਰਹੇ। ਫਿਰ ਦਵਾਈ ਨਹੀਂ ਸੀ ਜੁੜਦੀ, ਇਹਨਾਂ ਦੀ ਮੌਤ ਹੋ ਗਈ। ਦਵਾਈ ਘਰ ਵਿੱਚ ਗਰੀਬੀ ਸੀ ਤੇ ਰੋਟੀ ਮਰ ਕੇ ਮਾੜਾ ਮੋਟਾ ਟਾਈਮ ਪਾਸ ਹੁੰਦਾ ਸੀ ਤੇ ਫਿਰ ਇਹ ਮਰ ਗਿਆ ਸੀ ਵਿਚਾਰਾ। ਹਾਂਜੀ। ਤਾਂ ਕਿਸ ਤਰ੍ਹਾਂ ਫਿਰ ਹੁਣ ਤੁਸੀਂ ਖੁਦ ਕੰਮ ਕਰਦੇ ਹੋ? ਬਿਮਾਰ ਹੀ ਰਹਿੰਦੀ, ਮੇਰੇ ਕੋ ਕੰਮ ਕਾਜ ਨਹੀਂ ਹੁੰਦਾ। ਮੇਰਾ ਬੀਪੀ ਜ਼ਿਆਦਾ ਵੱਧ ਜਾਂਦਾ ਹੈ, ਨਾਲੇ ਮੈਨੂੰ ਯੂਰੀਆ ਦਾ ਵੀ ਨੁਕਸ ਆ ਤੇ ਮੈਂ ਨਹੀਂ ਕੰਮ ਕਰ ਸਕਦੀ। ਹਾਂਜੀ। ਤੇ ਘਰ ਦੀਆਂ ਬੜੀਆਂ, ਘਰ ਵਿੱਚ ਕੋਈ ਵੀ ਮੁਸ਼ਕਲ ਪੈ ਜਾਂਦੀ ਆ, ਬੱਤੀ ਦੀ ਵੀ ਮੁਸ਼ਕਲ ਹੋ ਜਾਂਦੀ ਹੈ। ਫਿਰ ਸਾਡੇ ਕੋਠੇ ਵੀ ਖਰਾਬ ਹੋ ਗਏ। ਛੱਤ ਜਦੋਂ ਮੀਂਹ ਵਰਦਾ ਉਦੋਂ ਸਾਡੀ ਸਾਰੀ ਛੱਤ ਚੋਂਦੀ ਹੈ। ਸਾਡੇ ਕੋਈ ਨਹੀਂ ਬਹਿਣ ਖਲੋਣ ਨੂੰ ਥਾਂ ਲੱਭਦਾ, ਫਿਰ ਅਸੀਂ ਕਿੱਥੇ ਬਈਏ। ਹਾਂਜੀ। ਤਾਂ ਕੋਈ ਸਰਕਾਰ ਵੱਲੋਂ ਕੋਈ ਮਦਦ ਕੀਤੀ ਗਈ ਹੈ? ਜਿਵੇਂ ਅਸੀਂ ਵੀ ਦੇਖ ਰਹੇ ਸੀ, ਕਿ ਮੈਂ ਆਪਣੇ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਘਰ ਦੇ ਹਾਲਾਤ ਜ਼ਰੂਰ ਦਿਖਾ ਦੇ, ਕਿਉਂਕਿ ਤੁਸੀਂ ਜਿਹੜੇ ਛੱਤ ਆ, ਛੱਤ ਨੂੰ ਨੀਚੇ ਥੱਲੇ ਜਿਹੜਾ ਤੁਸੀਂ ਬਾਲੇ ਵਗੈਰਾ ਲਗਾ ਕੇ ਛੱਤ ਨੂੰ ਖਿਲਾਰਿਆ ਹੋਇਆ, ਤਾਂ ਕੋਈ ਸਰਕਾਰ ਵੱਲੋਂ ਅਜੇ ਤੱਕ ਕੋਈ ਮਦਦ ਹੋਈ ਤੁਹਾਡੀ? ਨਹੀਂ ਵੀਰ ਜੀ, ਅਜੇ ਕਿਸੇ ਨੇ ਨਹੀਂ ਕੀਤੀ। ਉੱਦਾਂ ਸਾਡਾ ਪਿੰਡ ਦਾ ਸਰਪੰਚ ਕਹਿੰਦਾ ਜਦੋਂ ਗ੍ਰਾਂਟ ਆਊਗਾ ਤੇ ਫਿਰ ਮੈਂ ਤੁਹਾਡੀ ਮਦਦ ਕਰੂੰਗਾ। ਤੇ ਅਜੇ ਤੱਕ ਕੋਈ ਵੀ ਵੀਰ ਭਰਾ ਕਹਿੰਦੇ ਸੀ ਅਸੀਂ ਜਦੋਂ ਝੋਨਾ ਹੋਊਗਾ ਉਦੋਂ ਤੁਹਾਡੀ 150 ਰੁਪਈਆ ਇਕੱਠੇ ਕਰਕੇ ਤੇ ਫਿਰ ਅਸੀਂ ਤੁਹਾਡੀ ਮਦਦ ਕਰਾਂਗੇ। ਜਦੋਂ ਸਾਡੀ ਸਾਉਣੀ ਆਉਂਦੀ ਉਦੋਂ ਕਹਿੰਦੇ ਸਾਡੀ ਮਦਦ ਕਰਾਂਗੇ। ਤਾਂ ਜਿਵੇਂ ਸਰਕਾਰ ਵੱਲੋਂ ਜਿਹੜੀਆਂ ਛੱਤਾਂ ਪਾਉਣ ਲਈ ਗਰੀਬ ਪਰਿਵਾਰਾਂ ਨੂੰ ਪੈਸੇ ਭੇਜੇ ਗਏ, ਤੁਹਾਨੂੰ ਇਸ ਤਰ੍ਹਾਂ ਦਾ ਕੋਈ ਪੈਸਾ ਨਹੀਂ ਮਿਲਿਆ? ਨਹੀਂ ਵੀਰ ਜੀ, ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਪੈਸਾ ਘੱਲਿਆ ਤੇ ਸਾਡਾ ਘਰ ਦਾ ਹਾਲਤ ਹੀ ਬੜੀ ਮਾੜੀ ਆ। ਸਾਡੀ ਰੋਟੀ ਪਾਣੀ ਦਾ ਵੀ ਬੜਾ ਔਖਾ ਗੁਜ਼ਾਰਾ ਹੁੰਦਾ ਆ ਤੇ ਬੰਦਾ ਘਰ ਵਿੱਚ ਹੋਵੇ, ਰੋਟੀ ਪਾਣੀ ਦਾ ਹੁੰਦਾ ਗੁਜ਼ਾਰਾ, ਜਨਾਨੀ ਵਿਚਾਰੀ ਨੇ ਕੀ ਕਰ ਲੈਣਾ, ਜਾਂ ਇੱਦਾਂ ਹੀ ਫਿਰ ਟਾਈਮ ਪਾਸ ਮਾੜਾ ਮੋਟਾ ਹੋ ਜਾਂਦਾ, ਜਾਂ ਸਾਡੇ ਆਂਢੀ ਗੁਆਂਢੀ ਮਦਦ ਕਰ ਦਿੰਦੇ ਤੇ ਜਾਂ ਕੋਈ ਭੈਣ ਭਰਾ, ਕੋਈ ਰੱਬ ਤਰਸੀ ਸਾਨੂੰ ਕੋਈ 150 ਦੇ ਹੀ ਦਿੰਦਾ। ਤਾਂ ਫਿਰ ਜਿਵੇਂ ਤੁਸੀਂ ਕੰਮ ਕਰਦੇ ਹੋ, ਤਾਂ ਕੰਮ ਕਰਕੇ ਘਰ ਦੇ ਵਿੱਚ ਜੋ ਤੁਹਾਨੂੰ ਦਵਾਈਆਂ ਦੀ ਜਾਂ ਸਬਜ਼ੀ ਦੀ ਜਾਂ ਕਰਿਆਨੇ ਦੀ ਲੋੜ ਹੁੰਦੀ ਪੂਰੀ ਹੋ ਜਾਂਦੀ ਹੈ? ਨਾ, ਸਾਨੂੰ ਡਾਕਟਰ ਭੁੱਲਰ ਗੁਜਰਪੁਰੇ ਵਾਲਾ ਉਹ ਸਾਨੂੰ ਦਵਾਈ ਉੱਦਾਂ ਹੀ ਦੇ ਦਿੰਦਾ ਤੇ ਅਭੀ ਦੀ ਵੀ ਬਾਂਹ ਟੁੱਟ ਗਈ ਸੀ ਤੇ ਉਹ ਦਵਾਈ ਦੇ ਦਿੰਦਾ। ਹਾਂਜੀ। ਤੇ ਉੱਦਾਂ ਸਾਡੇ ਆਂਢੀ ਜਿਹੜੀ ਭੈਣ ਆਈ ਹੈ ਦੀਦੀ, ਇਹ ਸਾਡੇ ਬੱਚਾ ਬਹੁਤ ਸਾਡੀ ਮਦਦ ਕਰਦੇ ਆ। ਜੋ ਵੀ ਕੋਈ ਹੋਵੇ ਰਿੱਧਾ ਪੱਕਾ ਸਾਨੂੰ ਦਿੰਦੇ, ਕਹਿੰਦੇ ਤੁਸੀਂ ਲਾਗੇ ਖਾ ਲਓ, ਸਾਡੀ ਬੜੀ ਹੈਲਪ ਕਰਦੇ ਆ। ਤਾਂ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਤੁਹਾਡੇ ਘਰ ਦੀ ਜਿਹੜੀ ਛੱਤ ਆ ਬੜੀ ਕਮਜ਼ੋਰ ਹੈ, ਤਾਂ ਜਦੋਂ ਫਿਰ ਬਾਰਿਸ਼ ਵਗੈਰਾ ਆਉਂਦੀ ਹੈ ਫਿਰ ਉਸ ਤਰ੍ਹਾਂ ਪਾਣੀ ਚੌਂਦਾ ਛੱਤ ਤੋਂ? ਹਾਂਜੀ, ਸੌਂਦਾ ਤੇ ਫਿਰ ਦੀਦੀ ਆਉਂਦੀ ਹੈ ਤੇ ਕਹਿੰਦੀ ਤੁਸੀਂ ਇੱਥੇ ਨਾ ਸੋਇਆ, ਤੁਹਾਡੀ ਛੱਤ ਡਿੱਗ ਜਾਊਗੀ, ਤੁਹਾਡੀ ਮੌਤ ਹੋ ਜਾਊਗੀ, ਤੁਸੀਂ ਸਾਡੇ ਘਰ ਸੋਇਆ ਕਰੋ। ਫਿਰ ਉਹ ਸਾਨੂੰ ਆਪਣੇ ਘਰ ਲੈ ਜਾਂਦੇ ਆ। ਮੀਂਹ ਜ਼ਿਆਦਾ ਆਉਂਦਾ ਉਦੋਂ ਫਿਰ ਕੋਠੇ ਵੀ ਬੜੇ ਚੌਂਦੇ, ਉਦੋਂ ਬੈਠ ਖਲੋਣ ਨੂੰ ਨਹੀਂ ਥਾਂ ਲੱਭਦਾ, ਬੜੇ ਜ਼ਿਆਦਾ ਫਿਰ ਬੜੀ ਮੁਸ਼ਕਲ ਆਉਂਦੀ ਹੈ। ਕਿਤੇ ਚਾਹ ਬਣਾਉਣ ਜੋਗਾ ਨਹੀਂ ਥਾਂ ਲੱਭਦਾ, ਕਿੱਥੇ ਬੰਦਾ ਬਵੇ, ਕਿੱਥੇ ਖਲੋਵੇ। ਤਾਂ ਕੋਈ ਦਿਨ ਫਿਰ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਕਿ ਜਦੋਂ ਨਹੀਂ ਪੈਸੇ ਹੁੰਦੇ ਤਾਂ ਫਿਰ ਰੋਟੀ ਵੀ ਮੁਸ਼ਕਲ ਹੋ ਜਾਂਦੀ ਹੈ? ਹਾਂਜੀ, ਕਿਸੇ ਵੇਲੇ ਅਸੀਂ ਇੱਦਾਂ ਵੀ ਟਾਈਮ ਪਾਸ ਕੱਢ ਲੈਂਦੇ, 8-8 ਦਿਨ ਆਪਾਂ ਕੱਢ ਲੈਂਦੇ ਹਾਂ। ਮੁਸ਼ਕਲ ਭੁੱਖੇ ਤੇ ਆਸੇ ਵੀ ਆਪਾਂ ਦਿਨ ਕੱਢ ਲੈਂਦੇ ਵੀਰ ਜੀ। ਹਾਂਜੀ। ਤਾਂ ਜਦੋਂ ਤੁਹਾਡੇ ਪਤੀ ਦੇਵ ਹੈਗੇ ਸੀ ਤਾਂ ਉਦੋਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਸੀ ਹੈਗੀਆਂ ਨਾ? ਨਹੀਂ, ਉਦੋਂ ਨਹੀਂ ਹੈਗੀਆਂ। ਜਦੋਂ ਅਨੰਦਪੁਰ ਸਾਹਿਬ ਗਿਆ ਉਹਦੇ ਲੱਤ ਕੱਟੀ ਗਈ, ਉਹਦੇ ਕਰਕੇ ਫਿਰ ਜ਼ਿਆਦਾ ਘਰ ਦੇ ਹਾਲਤ ਮਾੜੇ ਹੋ ਗਏ। ਬੰਦਾ ਬਾਹਰੋਂ ਕੁਛ ਲਿਆਉਂਦਾ ਸੀ, ਘਰ ਵਿੱਚ ਟਾਈਮ ਪਾਸ ਹੋ ਜਾਂਦਾ ਸੀ। ਹੁਣ ਬੱਚਾ ਛੋਟਾ, ਇੰਨਾ ਪੈਸਾ ਕਿੱਥੋਂ ਆਵਣਾ, ਕਿੰਨੇ ਸਾਡੀ ਮਦਦ ਸਰਕਾਰ ਹੀ ਕਰ ਸਕਦੀ ਹੈ। ਤਾਂ ਜਦੋਂ ਉਹਨਾਂ ਦੀ ਮੌਤ ਹੁੰਦੀ ਆ ਤਾਂ ਫਿਰ ਜਿਹੜਾ ਉਹਨਾਂ ਦੇ ਇਲਾਜ ਦੇ ਤੇ ਖਰਚਾ ਆਇਆ ਤਾਂ ਫਿਰ ਉਹ ਕਿਸ ਨੇ ਲਗਾਇਆ? ਉਹ ਇੱਦਾਂ ਹੀ ਆ, ਪਿੰਡ ਦੀਆਂ ਨੇ, ਆਂਢੀਆਂ ਗਵਾਂਢੀਆਂ ਨੇ, ਆ ਭਾਜੀ ਨੇ ਪੈਸੇ ਇਕੱਠੇ ਕਰਕੇ ਤੇ ਉਹਦੇ ਤੇ ਲਾਏ ਸੀ ਤੇ ਫਿਰ ਉਹਦੀ ਮੌਤ ਹੋ ਗਈ। ਘਰ ਵਿੱਚ ਗਰੀਬੀ ਬੜੀ ਤੇ ਇਲਾਜ ਨਹੀਂ ਹੋਇਆ ਤੇ ਰੋਟੀ ਨਹੀਂ ਪੂਰੀ ਹੁੰਦੀ, ਦਵਾਈਆਂ ਇੰਨੀਆਂ ਮਹਿੰਗੀਆਂ ਹੁੰਦੀਆਂ, ਉਹ ਕਿੱਥੋਂ ਪੂਰੀਆਂ ਹੋਣੀਆਂ, ਮਹਿੰਗਾਈ ਬੜੀ ਹੈ।
ਤਾਂ ਰਿਸ਼ਤੇਦਾਰਾਂ ਵੱਲੋਂ ਕੋਈ ਤੁਹਾਡੇ ਜਿਹੜੇ ਪੇਕਾ ਪਰਿਵਾਰ ਆ ਜਾਂ ਸਹੁਰਾ ਪਰਿਵਾਰ ਦੇ ਵਿੱਚ ਕੋਈ ਹੋਏਗਾ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਤੁਹਾਡੀ? ਨਾ ਵੀਰ, ਕਿਸੇ ਨੇ ਨਹੀਂ ਸਾਡੀ ਮਦਦ ਕੀਤੀ, ਕਿਸੇ ਰਿਸ਼ਤੇਦਾਰ ਨੇ ਨਹੀਂ। 2 ਸਾਲ ਹੋ ਗਏ, ਕਦੀ ਕਿਸੇ ਨੇ ਆ ਕੇ ਵੇਖਿਆ ਨਹੀਂ ਤੂੰ ਹੈਗੀ ਆ ਕਿ ਤੂੰ ਮਰ ਗਈ ਆ। ਕਦੀ ਨਹੀਂ ਕਿਸੇ ਨੇ ਨਾ ਫੋਨ ਕੀਤਾ, ਨਾ ਸਾਡੇ ਘਰ ਕੋਈ ਆਇਆ ਹੀ। ਅੱਛਾ, ਤਾਂ ਫਿਰ ਬਿਜਲੀ ਆਉਂਦੀ ਹੈ ਤੁਹਾਡੇ ਘਰ? 3 ਸਾਲ ਤੋਂ ਵੀ ਜ਼ਿਆਦਾ ਬਿੱਲ ਹੋ ਗਿਆ ਸੀ, ਤਾਂ ਉਹ ਬਿੱਲ ਵਾਵਾ ਹੀ ਬਣ ਗਿਆ, ਸਾਡੇ ਕੋਲ ਤਰਿਆ ਨਹੀਂ ਗਿਆ। ਹਾਂਜੀ, ਤੇ ਬਹੁਤ ਮੁਸ਼ਕਲ ਆਈ ਬਿੱਲ ਦੀ। ਕਿੰਨਾ ਬਿੱਲ ਸੀ? 20,000 ਹੈਗਾ ਆ। ਜਿਹੜੇ ਕੋਈ ਵੀਰ ਭਰਾ ਜਿਹੜੇ ਨਾ MIR ਵੇ ਸਾਡੀ ਸਾਰੇ ਮਦਦ ਕਰਨ, ਭੈਣ ਵਿਚਾਰੀ ਦੀ ਭੈਣ ਦੇ ਕੋਈ ਨਹੀਂ ਸਹਾਰਾ ਹੈਗਾ, ਸਾਰੇ ਵੀਰ ਭਰਾ ਹੀ ਸਾਡੀ ਸਹਾਇਤਾ ਕਰਨ। ਤਾਂ ਤੁਹਾਡਾ ਕੋਈ ਆਪਣਾ ਬੈਂਕ ਅਕਾਊਂਟ ਹੈਗਾ? ਹਾਂਜੀ ਵੀਰ ਜੀ ਹੈਗਾ। ਦਿਖਾ ਦਿਓ ਜਰਾ, ਵੀ ਦਿਖਾ ਦਿਓ। ਆ ਲਓ ਜੀ। ਤਾਂ ਹੁਣ ਜਿਹੜਾ ਕਿਸ ਤਰ੍ਹਾਂ ਹੁਣ ਰੋਟੀ ਠੀਕ ਚੱਲੀ ਜਾਂਦੀ ਤੁਹਾਡੀ? ਏਦਾਂ ਹੀ ਮਾੜੀ ਮੋਟੀ, ਕਦੀ ਪੱਕਦੀ ਕਦੀ ਨਹੀਂ ਪੱਕਦੀ, ਸਭ ਦਾ ਫਿਰ ਏਦਾਂ ਹੀ ਮਾੜਾ ਮੋਟਾ ਕੋਈ ਦੇ ਦਿੰਦੀ ਹੈ ਤੇ ਮਾੜਾ ਮੋਟਾ ਟਾਈਮ ਪਾਸ ਹੋ ਜਾਂਦਾ ਹੈ। ਇਹ ਬੇਟਾ ਤੁਹਾਡਾ ਕਿੰਨੇ ਸਾਲ ਦਾ? ਇਹ ਵੀਰ ਜੀ 9 ਸਾਲ ਦਾ। ਕਿਹੜੀ ਕਲਾਸ 'ਚ ਪੜ੍ਹਦਾ? ਇਹ ਵੀਰ ਜੀ 4th 'ਚ। ਕਿਹੜੇ ਸਕੂਲ? ਇਹ ਸਰਕਾਰੀ ਸਕੂਲ ਪੜ੍ਹਦਾ। ਤੇ ਫਿਰ ਜਿਸ ਤਰ੍ਹਾਂ ਆਮ ਬੱਚੇ ਜਿਹੜੀਆਂ ਉਹਨਾਂ ਦੀ ਮੰਗਾਂ ਹੁੰਦੀਆਂ ਨੇ ਕਿ ਸਾਨੂੰ ਖਿਡੌਣੇ ਲਿਆ ਕੇ ਦਿਓ, ਸਾਨੂੰ ਨਵੇਂ ਕੱਪੜੇ ਲਿਆ ਕੇ ਦਿਓ, ਜਾਂ ਸਾਨੂੰ ਵਧੀਆ ਸਕੂਲ ਦੇ ਵਿੱਚ ਪੜ੍ਹਾਓ, ਫਿਰ ਇਹ ਵੀ ਬੱਚਾ ਤੁਹਾਡੇ ਇਸ ਤਰ੍ਹਾਂ ਦੀਆਂ ਮੰਗਾਂ ਕਰਦਾ ਹੈ? ਹਾਂਜੀ, ਇਹ ਕਰਦਾ, ਕਹਿੰਦਾ ਮੈਨੂੰ ਵਧੀਆ ਸਕੂਲੇ ਪੜ੍ਹਾਓ, ਮੈਂ ਵੀ ਵੈਨ 'ਚ ਜਾਣਾ ਤੇ ਮੈਨੂੰ ਵੀ ਸੋਹਣੇ ਸੋਹਣੇ ਕੱਪੜੇ ਲੈ ਕੇ ਦਿਓ। ਵੀਰ ਜੀ, ਜੇ ਮਾਪੇ ਹੋਣ ਤੇ ਫੇਰ ਹੀ ਬੱਚਿਆਂ ਨੂੰ ਕੱਪੜੇ ਲੈ ਦਿੰਦੇ, ਇੱਦਾਂ ਹੀ ਕੋਈ ਮਾੜਾ ਮੋਟਾ ਕੋਈ ਸੂਟ ਦੇ ਦਿੰਦਾ, ਜਾਂ ਦੀਦੀ ਵਿਚਾਰੀ ਜਦੋਂ ਜਾਂਦੀ ਜਨਾਲੀ ਉਦੋਂ ਲਿਆ ਦਿੰਦੀ ਇਹਨੂੰ। ਤੇ ਲੀੜੇ ਸਾਡੇ ਕੋਲ ਕਿੱਥੋਂ ਆਉਣੇ ਆ? ਮੜ ਕੇ ਰੋਟੀ ਦਾ ਹੀ ਮੜ ਕੇ ਟਾਈਮ ਪਾਸ ਹੁੰਦਾ ਸਾਡੇ ਕੋਲ। ਤਾਂ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਸਰਕਾਰ ਕੋਲੋਂ? ਸਾਡੇ ਆਹੀ ਕਹਿੰਦੇ ਆ, ਸਾਡਾ ਬੱਚਾ ਚੱਜ ਦੇ ਸਕੂਲੇ ਪੜ੍ਹੇ, ਸਾਡਾ ਮੈਂ ਵੀਰਾਂ ਸਰਕਾਰਾਂ ਗਾੜੀ ਹੱਥ ਜੋੜਨੀ, ਸਾਡਾ ਘਰ ਬਾਰ ਸੋਹਣਾ ਬਣ ਜੇ, ਭੈਣ ਦੀ ਜਿਹੜੀ 4 ਸਾਲ ਜ਼ਿੰਦਗੀ ਮਸਾ ਹੋਰ ਵੱਧ ਜੂਗੀ। ਜਦੋਂ ਬੰਦਾ ਨਾ ਹੋਵੇ ਉਦੋਂ ਮਰਿਆਂ ਬਰੋਬਰ ਹੀ ਹੁੰਦੀ ਹੈ, ਤੇ ਜਨਾਨੀ ਘਰ ਨਹੀਂ ਚਲਾ ਸਕਦੀ ਹੈ, ਸਰਕਾਰ ਹੀ ਸਾਡੀ ਮਦਦ ਕਰ ਸਕਦੀ। ਹਾਂਜੀ। ਸੋ ਉਹ ਇਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਬੇਟਾ ਜੀ, ਕੀ ਨਾਮ ਹੈ ਤੁਹਾਡਾ? ਅਭਿਜੋਤ ਸਿੰਘ। ਤਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ? 4th। ਤਾਂ ਕਿਸ ਤਰ੍ਹਾਂ, ਜਿਸ ਤਰ੍ਹਾਂ ਤੁਹਾਡੇ ਮੰਮੀ ਨੇ ਦੱਸਿਆ ਕਿ ਘਰ ਦੇ ਹਾਲਾਤ ਬੜੇ ਮਾੜੇ ਆ, ਤਾਂ ਫਿਰ ਕਿਸ ਤਰ੍ਹਾਂ ਮੰਮੀ ਦੀ ਹੈਲਪ ਕਰਦੇ ਹੋ ਤੁਸੀਂ? ਮੰਮੀ ਦੀ ਮਦਦ ਕਰਦੇ ਹੋ ਕੰਮ ਦੇ ਵਿੱਚ? ਹਾਂਜੀ ਹਾਂਜੀ ਕਰਦੇ। ਜੋ ਸਿਆਲ ਸੀ ਉਦੋਂ ਮੰਮੀ ਠੀਕ ਨਹੀਂ ਸੀ ਨਾ, ਉਦੋਂ ਰੋਟੀਆਂ ਮੈਂ ਪਕਾਈਆਂ ਜੋ ਉਹਨਾਂ ਨੂੰ ਠੰਡ ਲੱਗ ਗਈ ਸੀ। ਚਾਹ ਵੀ ਮੈਂ ਬਣਾਈ, ਮੰਮੀ ਨੂੰ ਰਜਾਈ ਵੀ ਦੇ ਦਿੱਤੀ ਸੀ ਪੇਟੀ ਕੱਢ ਕੇ ਨਬਾਰੀ 'ਚੋਂ। ਤੇ ਪੁੱਤਰ ਸਕੂਲ ਜਾਂਦੇ ਹੋ, ਪੜ੍ਹਦੇ ਹੋ ਫਿਰ ਵਧੀਆ ਤਰੀਕੇ ਨਾਲ? ਹਾਂਜੀ, ਮੇਰਾ ਵੀ ਜੀ ਕਰਦਾ ਜਿੱਦਾਂ ਬਾਕੀ ਨਿਆਣੇ ਜਾਂਦੇ ਆ ਸਕੂਲੇ ਵੈਨ 'ਤੇ, ਮੈਂ ਵੀ ਉੱਧਰ ਜਾਣਾ ਚਾਹੁੰਦਾ। ਕੀ ਬਣਨਾ ਚਾਹੁੰਦੇ ਹੋ? ਪੁਲਿਸ ਵਾਲਾ। ਪੁਲਿਸ ਵਾਲਾ ਬਣਨਾ ਚਾਹੁੰਦੇ ਹੋ? ਹਾਂਜੀ। ਸੋ ਇਹਨਾਂ ਦੇ ਗੁਆਂਢੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਲਾਤ ਬਹੁਤ ਮਾੜੇ ਨੇ ਇਹਨਾਂ ਦੇ ਘਰ ਦੇ। ਹਾਂਜੀ ਵੀਰ ਜੀ, ਹਾਲਾਤ ਇਹਨਾਂ ਦੇ ਬਹੁਤ ਜ਼ਿਆਦਾ ਮਾੜੇ ਆ। ਇਹਨਾਂ ਦੇ ਵੀ ਪਹਿਲਾਂ ਤਾਂ ਚਲੋ ਇਹਨਾਂ ਦੇ ਆਦਮੀ ਅਨੰਦਪੁਰ ਸਾਹਿਬ ਗਏ ਸੀ, ਅਨੰਦਪੁਰ ਸਾਹਿਬ ਗਏ ਤੇ ਉੱਥੇ ਜਾ ਗਏ, ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਤੇ ਉਹਨਾਂ ਨੇ ਕੀਤਾ ਵੀ ਗਏ ਉੱਥੇ, ਪਤਾ ਨਹੀਂ ਸਾਨੂੰ ਕਿਵੇਂ ਲੱਤ ਵੱਢੀ ਗਈ ਕਿਵੇਂ ਨਹੀਂ ਵੱਢੀ ਗਈ। ਤੇ ਫਿਰ ਇਸ ਤਰ੍ਹਾਂ ਜਦੋਂ ਤਿੰਨੀ ਚੌਂ ਬੰਨੀ ਇੱਕ ਦਿਨ ਅਖਬਾਰ 'ਤੇ ਆਇਆ ਤੇ ਅਖਬਾਰ ਤੋਂ ਪੜ੍ਹ ਕੇ ਤੇ ਫਿਰ ਉਹਨੂੰ ਵੀ ਪਤਾ ਲੱਗਾ, ਪਰ ਹਸਪਤਾਲੋਂ ਸਾਨੂੰ ਨਹੀਂ ਪਤਾ ਕਿਹੜੀ ਨੂੰ ਲਿਆਂਦਾ ਤੇ ਕਿਹੜੀ ਨੂੰ ਨਹੀਂ। ਸਾਰੇ ਪਿੰਡ ਨੇ ਵੀ ਪੈਸਾ ਦਿੱਤਾ, ਮਦਦ ਦਿੱਤੀ ਜਿੰਨੇ ਜੋਗਾ ਕੋਈ ਸਾਰਿਆਂ ਨੇ ਦਿੱਤੀ। ਫਿਰ ਉਹਨੂੰ ਉਹਦਾ ਵੀਰ ਜੀ ਤੇ ਉਹਦਾ ਡੈਡੀ ਜਾ ਕੇ ਲਿਆਏ, ਨਾਲ ਇਹ ਵੀਰ ਜੀ ਨੇ ਨਾ ਪੈਸੇ ਇਕੱਠੇ ਕੀਤੇ, ਮਤਲਬ ਕਰਕੇ ਫਿਰ ਉਹਨੂੰ ਘਰ ਲਿਆਂਦਾ। ਘਰ ਲਿਆ ਕੇ ਤੇ ਫਿਰ ਉਹਨਾਂ ਦੇ ਨਹੀਂ ਵੀ ਘਰ ਲੈ ਤੇ ਆਏ, ਪਰ ਇਲਾਜ ਨਹੀਂ ਉਹਦਾ ਹੋਇਆ। ਤੇ ਫਿਰ ਉਹ ਰਹੇ 5-6 ਸਾਲ ਹੀ ਮੰਜੀ 'ਤੇ ਰਹੇ, ਤੇ ਫਿਰ ਉਹ ਵੀ ਪੂਰੇ ਹੋ ਗਏ। ਤੇ ਹੁਣ ਇਹ ਅੱਗੇ ਚਲੋ ਮਾੜਾ ਮੋਟਾ ਹੈ ਹੀ ਰੋਟੀ ਪਾਣੀ ਦਾ, ਹੁਣ ਬਿਲਕੁਲ ਹੀ ਕੰਮ ਬਸ ਹੋ ਗਿਆ। ਤੇ ਅੱਗੇ ਕੰਮ ਕਰ ਲੈਂਦੀ, ਹੁਣ ਇਹਦੇ ਕੋਲ ਨਹੀਂ ਹੁੰਦਾ। ਇਹਦੀ ਨਾ ਛਾਤੀ ਦਾ ਕੋਈ ਨੁਕਸ ਜਿਹਾ ਪੈ ਗਿਆ ਸੀ, ਉਹਦੇ ਕਰਕੇ ਹੁਣ ਇਹਦੇ ਕੋਲ ਕੰਮ ਕੋਈ ਨਹੀਂ ਹੁੰਦਾ। ਤੇ ਅਸੀਂ ਇਹੋ ਹੀ ਹੱਥ ਜੋੜਨੇ ਆ
ਕੋਈ ਵੀਰ ਭਰਾ ਇਹੋ ਜਿਹਾ ਹੋਵੇ ਕੋਈ ਜਿਹੜਾ ਦਾ ਘਰ ਬਣਾ ਦੇ। ਘਰ ਤੋਂ ਬੜੀ ਤੰਗ ਆ ਤੇ ਸਾਰੇ ਪਿੰਡ ਨੂੰ ਪੁੱਛਿਆ ਜਾਵੇ, ਜਿਹਨੂੰ ਮਰਜ਼ੀ ਪੁੱਛ ਲਿਓ। ਸਾਡੇ ਘਰ ਹੁੰਦੀ, ਸਾਡੇ ਗਵਾਂਢ ਸਾਡਾ ਘਰ ਆ ਨਾਲ, ਸਾਡੇ ਘਰ ਹੀ ਸੌਂਦੀ। ਮੀਂਹ ਆ ਜੇ, ਹਨੇਰੀ ਆ ਜੇ, ਉਸੇ ਵੇਲੇ ਅਸੀਂ ਇਹਨੂੰ ਆਪ ਆਵਾਜ਼ ਮਾਰਨੇ ਆ। ਕਸਮ ਵਾਲੀ ਗੱਲ ਹੈ, ਅਸੀਂ ਆਪ ਆਵਾਜ਼ ਮਾਰਨੇ ਆ। ਤੇ ਇਹ ਆ ਵੀ ਅਸੀਂ ਕਿੰਨਾ ਕੁ ਚਿਰ ਮਦਦ ਕਰ ਸਕਦੇ ਹਾਂ। ਚਲੋ ਰੋਟੀ ਪਾਣੀ ਤੇ ਜਿੱਥੇ ਦੂਜੇ ਜੀ ਖਾਂਦੇ ਆ, ਮਹਾਰਾਜ ਦਾ ਲੰਗਰ ਇਹ ਵੀ ਖਾ ਸਕਦੀ ਹੈ, ਖਾਈ ਜਾਵੇ। ਤੇ ਪਰ ਇਹ ਘਰ ਤੇ ਆਪਣਾ ਹੀ ਹੁੰਦਾ ਨਾ, ਭਾਵੇਂ ਜਿੱਥੇ ਮਰਜ਼ੀ ਚੱਲ ਜੇ, ਘਰ ਤੇ ਸਾਨੂੰ ਆਪ ਨੂੰ ਹੀ ਚਾਹੀਦਾ। ਅਸੀਂ ਆਪਣੇ ਘਰ ਹੀ ਆਉਣਾ ਜਿੱਥੇ ਮਰਜ਼ੀ ਚੱਲ ਜੀ। ਘਰ ਜਿਹੜਾ ਕਾਵਾਂ ਚਿੜੀਆਂ ਇਹ ਵੀ ਜਿਹੜੇ ਹੁੰਦੇ ਉਹ ਵੀ ਰਾਤ ਨੂੰ ਆਪਣੇ ਘਰ ਹੀ ਜਾਂਦੇ ਆ। ਅਸੀਂ ਹੱਥ ਜੋੜ ਕੇ ਇਹੋ ਆਨੇ ਆ NRI ਵੀਰਾਂ ਨੂੰ ਵੀ ਇਹਦਾ ਘਰ ਬਣਾ ਦਿਓ, ਜਿਸ ਤਰ੍ਹਾਂ ਵੀ ਇਹਨਾਂ ਘਰ ਬਣਾ ਦਿਓ। ਬੜੇ ਤੰਗ ਆ। ਬੱਚਾ ਵੀ ਜਿਹੜਾ ਇਹ ਵੀ ਆਂਦਾ ਮੈਂ ਸਕੂਲੇ ਜਾਣਾ ਤੇ ਮੈਂ ਬੱਸ ਤੇ ਚੜ੍ਹ ਕੇ ਜਾਣਾ, ਮੈਂ ਸਰਕਾਰੀ ਨਹੀਂ ਜਾਣਾ। ਧੱਕੇ ਨਾਲ ਹੀ ਘਲਾਉਂਦੇ ਆ। ਫਿਰ ਉਹ ਕਈ ਬਹਾਨੇ ਲਾ ਸਾਨੂੰ ਦੱਸਦਾ ਤੇ ਪਰ ਨਹੀਂ ਜਾਂਦਾ। ਜਿਹਨੂੰ ਮਰਜ਼ੀ ਪੁੱਛਿਆ ਜਾਵੇ ਸਕੂਲੇ ਨਹੀਂ ਜਾਂਦਾ। ਇਹੋ ਆਂਦਾ ਮੈਂ ਭਲੇ ਪਿੰਡ ਜਾਣਾ, ਬੱਸ ਤੇ ਚੜ੍ਹ ਕੇ ਜਾਣਾ। ਇਹੋ ਆਈਆਂ ਨੇ ਮਦਦ ਕੀਤੀ ਜਾਵੇ, ਦਾ ਘਰ ਬਣ ਜੇ, ਆਪਣੇ ਘਰ ਰਵੇ। ਉਹ ਬਾਰ-ਬਾਰ ਅਸੀਂ ਵੀਰਾਂ ਭਰਾਵਾਂ ਗਾੜੀ ਅਰਦਾਸ ਬੇਨਤੀ ਕਰਨੀ ਵੀ ਇਹਨਾਂ ਦਾ ਘਰ ਬਣਾ ਦਿਓ। ਇਹੋ ਹੀ ਬੇਨਤੀ ਸਾਡੀ। ਤਾਂ ਭੈਣ ਜੀ, ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਮਦਦ ਕੀਤੀ ਗਈ ਹੈ, ਜਿਹੜੇ ਰਾਜਨੀਤਿਕ ਬੰਦੇ ਵੱਲੋਂ ਕਿਸੇ ਵੱਲੋਂ ਮਦਦ ਨਹੀਂ ਕੀਤੀ ਗਈ, ਜਿਵੇਂ ਕਿਸੇ ਨੂੰ ਅਪਰੋਚ ਨਹੀਂ ਕੀਤਾ ਗਿਆ ਇਹਨਾਂ ਵੱਲੋਂ? ਅਸੀਂ ਵੀ ਸਾਰੇ ਲੈ ਕੇ ਤੁਰੇ ਫਿਰਦੇ ਇਹਨੂੰ ਕਹਿੰਦੇ ਰਹੇ ਅਸੀਂ ਵੀ ਅਸੀਂ ਸਰਪੰਚ ਨੂੰ ਵੀ ਘਰ ਸੱਦ ਕੇ 2 ਵਾਰਾਂ ਕਿਹਾ ਵਾ। ਉਹ ਕਹਿਣ ਲੱਗਾ ਵੀ ਅਸੀਂ ਗ੍ਰਾਂਟ ਆਊ ਤੇ ਫੇਰ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਅਸੀਂ ਆਖਿਆ ਚੱਲ ਵੀਰ ਜੀ ਇੱਕ ਕੋਠੇ ਤੇ ਮਾੜਾ ਮੋਟਾ ਲੈਂਟਰ ਪਾ ਦਿਓ ਵੀ ਚਲੋ ਗਲੀਆਂ ਦਾ ਚਲੋ ਵਧੀ ਘਟੀ ਰੇਤ ਦਾ। ਤੇ ਇਹ ਵੀਰ ਜੀ ਨੇ ਆਖਿਆ ਲੱਗੇ ਸਾਡੇ ਗਵਾਂਢੀ ਆ ਤੇ ਇਹਨੇ ਕਿਹਾ ਵੀ ਮੈਂ ਦਿਹਾੜੀਆਂ ਦਾ ਪੈਸਾ ਨਹੀਂ ਲਊਂਗਾ। ਤੁਹਾਨੂੰ ਉਦੋਂ ਵੀ ਦੱਸਿਆ ਵੀ ਦਿਹਾੜੀਆਂ ਦਾ ਪੈਸਾ ਮੈਂ ਨਹੀਂ ਲਊਂਗਾ ਤੇ ਵੀ ਤੁਸੀਂ ਵੀ ਕਰ ਦਿਓ, ਇੰਤਜ਼ਾਮ ਕਰ ਦਿਓ, ਜਿਹੜਾ ਖਰਚਾ ਉੱਤੇ ਉਹ ਤੁਸੀਂ ਕਰ ਦਿਓ, ਵੀ ਮੈਂ ਦਿਹਾੜੀਆਂ ਦਾ ਪੈਸਾ ਨਹੀਂ ਲਾਂਗਾ। ਤੇ ਪਰ ਉਹ ਵੀ ਫਿਰ ਜਦੋਂ ਸਰਕਾਰ ਦੇ ਹੱਥ 'ਚ, ਵੀ ਸਰਕਾਰ ਉਹਨਾਂ ਨੂੰ ਕਮਰਿਆਂ ਦਾ ਕੋਈ ਆਵੇ ਤੇ ਫੇਰ ਹੀ ਉਹਨਾਂ ਦੇਣਾ। ਸਰਪੰਚ ਦੇ ਵੀ ਹੱਥ 'ਚ ਕੀ ਆ। ਤੇ ਇਹ ਆ ਹੁਣ ਕੋਈ ਗ੍ਰਾਂਟ ਆਉਂਦੀ ਕਮਰਿਆਂ ਦੀ ਫੇਰ ਹੀ ਇਹਨੂੰ ਮਿਲਣੀ ਸੀ। ਚਲੋ ਸਰਕਾਰ ਨੇ, ਸਰਪੰਚ ਨੇ ਕੀਤਾ ਵੀ ਆ, ਜੋ ਬਾਥਰੂਮ ਜੋ ਵੀ ਆ ਇਹ ਮਾੜਾ ਮੋਟਾ ਨੂੰ ਬਣਾਇਆ ਜਿੰਨਾ ਹੈਗਾ ਸੀ। ਤੇ ਬਾਹਰ ਹੁਣ ਅਸੀਂ ਉਹ ਹੱਥ ਜੋੜਨੇ ਆ ਵੀ ਇਹਦਾ NRI ਵੀਰਾਂ ਦੀ ਗਾੜੀ ਵੀ ਇਹਦਾ ਘਰ ਬਣ ਜੇ। ਚਲੋ ਘਰ ਬਣ ਜੇ, ਕੋਈ ਵੀ ਹੋਵੇ ਰਾਤ ਨੂੰ ਆਪਣੇ ਘਰ ਹੀ ਆਉਂਦਾ, ਜਿੱਥੇ ਮਰਜ਼ੀ ਫਿਰ ਤੁਰ ਕੇ ਆਈਏ, ਘਰ ਹੀ ਜਾਈਦਾ। ਇਹੋ ਅਰਦਾਸ ਹੈ ਸਾਡੀ ਗਾੜੀ ਹੱਥ ਜੋੜ ਕੇ ਅਸੀਂ ਮਿੰਨਤਾਂ ਕਰਨੇ, ਤਰਲੇ ਕਰਨੇ ਵੀ ਇਹ ਭੈਣ ਦਾ ਘਰ ਬਣ ਜੇ, ਆਪਣੇ ਘਰ ਬਹਿ ਜੇ। ਅਸੀਂ ਵੀ ਕਿੰਨਾ ਚਿਰ, ਸਾਡੀ ਵੀ ਹੁਣ ਗਾਂ ਨੂੰਹ ਆ। ਅੱਜ ਕੱਲ੍ਹ ਬੱਚਿਆਂ ਦਾ 100 ਗੱਲਾਂ ਹੋ ਜਾਂਦੀਆਂ, ਇਹ ਆਪਣੇ ਘਰ ਹੀ ਰਹੇ। ਕਿਤੇ ਵੀ ਤੁਸੀਂ ਪੁੱਛ ਸਕਦੇ ਪਿੰਡ 'ਚੋਂ, ਇਹ ਸਾਡੇ ਘਰ ਹੁੰਦੀ ਹੈ। ਤੇ ਹੁਣ ਬਿੱਲ ਵੀ ਆਉਂਦੇ ਇਹਨਾਂ ਦਾ? ਬਿੱਲ ਇਹਨਾਂ ਦਾ ਵੀ ਹੋਇਆ ਵਾ ਵੀ ਪਹਿਲਾਂ ਇਹ ਚਲੋ ਕਰਦੀ ਰਹੀ ਆ, ਲੱਗਾ ਬਿੱਲ ਵੀ ਇਹਦਾ ਮੀਟਰ ਚੱਲਦਾ ਸੀ। ਫਿਰ ਇਹਦੇ ਕੋਲ ਨਹੀਂ ਬਿੱਲ ਚੱਲ, ਜਦੋਂ ਕੰਮ ਹੀ ਨਹੀਂ ਕੀਤਾ ਉਹਦੇ ਕੋਲ ਕੰਮ ਹੀ ਨਹੀਂ ਰਿਹਾ ਤੇ ਮੰਜੀ ਤੇ ਆ। ਇਹਨੇ ਬਾਅਦ 'ਚ ਮੁੜ ਕੇ ਨਹੀਂ ਧਰਿਆ। ਮੈਨੂੰ ਮੈਂ 18 19 20 22,000 ਹੋਣਾ ਤੇ ਉਹ ਮੀਟਰ ਲੱਥਾ ਵਾ। ਤੇ ਤਾਰ ਇਸ ਤਰ੍ਹਾਂ ਵੀ ਆ, ਕਦੀ ਵੱਡ ਮੁੰਡਾ ਲਾ ਦਿੰਦਾ, ਕਦੀ ਇਸ ਤਰ੍ਹਾਂ ਹੀ। ਫਿਰ ਤੇ ਇਸ ਤਰ੍ਹਾਂ ਹੀ ਆ ਵੀ ਬੱਤੀ ਵੀ ਨਹੀਂ ਹੈਗੀ ਨਾ, ਪਾਣੀ ਆ, ਪਾਣੀ ਵੀ ਸਰਕਾਰੀ ਆਉਂਦਾ। ਜੇ ਟੂਟੀ ਆ ਗਈ ਤਾਂ ਵਰਤ ਲਿਆ, ਨਹੀਂ ਆ ਗਈ ਤੇ ਫਿਰ ਸਾਡੇ ਗੱਲ ਕਾਦੀ ਪਹੁੰਚ ਫਿਰ ਉੱਥੇ ਹੀ ਰਹਿੰਦੀ। ਤੇ ਚਲੋ ਹੁਣ ਅਸੀਂ ਵੀ ਆਹੋ ਆਨੇ ਵੀ ਚਲੋ ਆਪਣੇ ਘਰ ਪਾਣੀ ਵੀ ਚਾਹੀਦਾ, ਬੱਤੀ ਵੀ ਚਾਹੀਦੀ ਆ, ਰਾਸ਼ਨ ਵੀ ਚਾਹੀਦਾ, ਲੀੜਾ ਕੱਪੜਾ ਵੀ ਚਾਹੀਦਾ ਵਾ, ਘਰ ਵੀ ਚਾਹੀਦਾ ਵਾ। ਚਲੋ ਜਿਸ ਤਰ੍ਹਾਂ ਵੀ ਆ ਹੱਥ ਜੋੜ ਕੇ ਬੇਨਤੀ ਕਰਦੇ ਵੀ ਇਹਦਾ ਘਰ ਬਣ ਜੇ। ਇਹੋ ਹੀ ਬੇਨਤੀ ਸਾਡੀ, ਅਰਦਾਸ ਹੱਥ ਜੋੜ ਕੇ ਬੇਨਤੀ ਸਾਡੀ ਗਾੜੀ। ਸੋ ਸਾਡੇ ਨਾਲ ਹੋਰ ਵੀ ਪਿੰਡ ਦੇ ਵਾਸੀ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਕਹਿਣਾ ਇਹੋ ਹੀ ਚਾਹੁੰਦੇ ਆ ਜੀ, ਇਹਨਾਂ ਦੇ ਹਾਲਾਤ ਬਹੁਤ ਮਾੜੇ ਘਰ ਦੇ। ਕਮਰੇ ਤੁਸੀਂ ਵੇਖ ਹੀ ਲਿਆ, ਥੰਮੀਆਂ ਦੇ ਖੜੇ ਆ ਤੇ ਕੋਈ ਕਿਸੇ ਗੱਲੋਂ ਮਦਦ ਨਹੀਂ ਇਹਨਾਂ ਦੀ ਹੋਈ। ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਸੀ, ਉਹਨਾਂ ਨੇ ਆਂਦੇ ਵੀ ਸਰਕਾਰ ਵੱਲ ਆਊਗਾ ਫੇਰ। ਔਖਾ ਕੰਮ ਹੈ ਜਨਾਨੀ ਦੇ, ਤੁਹਾਨੂੰ ਪਤਾ ਵੀ ਘਰੇ ਰਹਿਣਾ ਵੀ ਔਖਾ ਤੇ ਬੱਚਾ ਵੀ ਛੋਟਾ, ਇਹਦੀਆਂ ਵੀ 100 ਮੁਸ਼ਕਲਾਂ ਨੇ। ਬੱਚਾ ਵੀ ਚਾਹੁੰਦਾ ਮੈਂ ਪੜ੍ਹਾਈ ਹੋਵੇ। ਪਿੰਡ ਦਾ ਸਕੂਲਾਂ ਤੁਹਾਨੂੰ ਪਤਾ ਜੋ ਹਾਲਾਤ ਹੈ, ਜਾ ਕੇ ਵੇਖ ਲਓ, ਪਾਣੀ ਖੜਾ ਪਿੰਡ ਦੇ ਸਕੂਲ ਡੱਕਿਆ ਪਿਆ ਆ ਤੇ ਕੋਈ ਮਤਲਬ ਉੱਥੇ ਇੰਨੀ ਪੜ੍ਹਾਈ ਨਹੀਂ ਕੀਤੀ। ਚਲੋ ਬੱਚੇ ਨੂੰ ਅਸੀਂ ਇਹੋ ਸਰਕਾਰ ਵੱਲੋਂ ਮੰਗਿਆ, MII ਵੱਲੋਂ ਵੀ ਜਿੰਨਾ ਵੀ ਮਦਦ ਕਰ ਸਕਦੇ ਬੱਚੇ ਨੂੰ ਪੜ੍ਹਾਉਣ ਤੇ ਕੋਈ ਚੰਗੀ ਨੌਕਰੀ ਮਿਲੇ, ਉਹਦੀ ਆਸਾਂ ਨੇ। ਕਦੀ ਇਹਨਾਂ ਪੁਲਿਸ ਵਾਲੀ ਨੌਕਰੀ ਕਰਨੀ ਆ ਤੇ ਇਹ ਬੀਬੀ ਰਾਣੀ ਵਿਚਾਰੀ ਤੁਹਾਨੂੰ ਛੰਮੀਆਂ ਦਾ ਦੇ ਘਰ ਖੜਿਆ ਹਿਸਾਬ ਨਾਲ। ਔਖਾ ਬਹੁਤ ਜ਼ਿਆਦਾ ਕੰਮ ਹੈ ਜਨਾਨੀ ਨੂੰ, ਤੁਹਾਨੂੰ ਪਤਾ ਕਰਨਾ। ਹਾਂਜੀ, ਇਹੋ ਸਾਡੀ ਬੇਨਤੀ ਹੈ ਵੀ ਕੋਈ ਬਿਜਲੀ ਦਾ ਵੀ ਪ੍ਰਬੰਧ ਹੋ ਸਕੇ, ਇਹਨਾਂ ਦੀ ਕੋਈ ਮਦਦ ਸਰਕਾਰ ਕਰੇ ਤੇ ਕੋਠਾ ਪੈ ਜੇ, ਮਕਾਨ। ਹਾਂਜੀ, ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ? ਰਾਜ ਮਿਸਤਰੀ ਦਾ ਕੰਮ ਕਰਨੇ ਆ। ਅਸੀਂ ਸਰਪੰਚ ਸਾਹਿਬ ਨੂੰ ਬੋਲਿਆ, ਅਸੀਂ ਕਿਹਾ ਚਲੋ ਅਸੀਂ ਦਿਹਾੜੀ ਦਾ ਨਹੀਂ ਲੈਂਦੇ, ਪਿੰਡ ਦੇ 2-4 ਮਿਸਤਰੀ ਆ, ਅਸੀਂ ਕਰਕੇ ਤੇ ਚਲੋ ਸੇਵਾ ਕਰ ਦਾਂਗੇ, ਤੁਸੀਂ ਕਿਸੇ ਨਾ ਕਿਸੇ ਕੋਲੋਂ ਮਦਦ ਕਰੋ। ਉਹ ਵੀ ਮੇਰਾ 2 ਸਾਲ ਦੇ ਲੇਟ ਹੋ ਗਿਆ ਤੇ ਕੋਈ ਨਹੀਂ ਮਦਦ ਸੁਣਾਈ ਹੋਈ ਇਹਨਾਂ ਦੀ। ਇੱਦਾਂ ਕਰਕੇ ਫਿਰ ਮਤਲਬ ਕੋਈ ਬਿਮਾਰ ਮੂਰ ਹੋਏ ਤੇ ਡਾਕਟਰ ਸਾਹਿਬ ਹੈਗੇ, ਭੁੱਲਰ ਸਾਹਿਬ ਸਾਡੇ ਗੁਰਪੁਰਾ ਸਾਹਿਬ, ਉਹ ਚਲੋ ਦਵਾਈ ਬੂਟੀ ਵਿਚਾਰੇ ਦੇ ਦਿੰਦੇ ਆ। ਤੇ ਹੁਣ ਬੈਠੀ ਦਾ ਸਰੀਰ ਵੀ ਭਾਰਾ ਹੋ ਗਿਆ, ਕੋਈ ਨੁਕਸ ਤੁਹਾਨੂੰ ਪਤਾ ਪੈ ਗਏ ਆ ਤੇ ਕੰਮ ਨਹੀਂ ਕਰਨ ਸਕਦੇ। ਇੱਦਾਂ ਆਂਢ ਗੁਆਂਢ ਵਿਚਾਰੀ ਮੰਗ ਤਰਾਂ ਕੇ ਗੁਜ਼ਾਰਾ ਆ। ਤੇ ਸਾਡੀ ਇਹੋ ਮਿਹਨਤ ਆ ਵੀ ਚਲੋ
ਤੇ ਪੂਰਾ ਹੋ ਜਾਏ ਵਿਚਾਰੀ ਦਾ ਕੋਈ ਨਾ ਕਿਸੇ ਗੱਲੋਂ। ਤੇ ਬਾਕੀ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਜੋ, ਜਿੰਨੀ ਅੱਗੇ 500 ਦੀ ਚੀਜ਼ ਆਉਂਦੀ ਹੁਣ 100 ਰੁਪਏ ਦੀ 1000 ਰੁਪਏ ਦੀ ਉਨੀ ਆਉਂਦੀ ਜੋ। ਤੇ ਹੁਣ ਆਹ ਦਿਹਾੜੀਦਾਰ ਵੀ ਬੰਦੇ ਦੇ ਹਿਸਾਬ ਨਾਲ ਜਿਹੜਾ 500 ਰੁਪਈਆ ਲੈਂਦਾ ਉਹਦੀ ਸਮਝੋ ਹੁਣ 250 ਦਿਹਾੜੀ ਆ। ਹਾਂਜੀ 250 ਵੀ ਨਾ ਸਮਝੋ ਤੁਸੀਂ 200 ਹੀ ਸਮਝੋ। ਇਸ ਕਰਕੇ ਵੀ ਅੱਗੇ ਜਿੰਨੀ 5000 ਦੀ ਚੀਜ਼ ਆਉਂਦੀ ਆ ਨਾ ਹੁਣ ਉਨੀ 500 ਦੀ ਆਉਂਦੀ, ਉਨੀ 1200-1300 ਦੀ ਆਉਂਦੀ ਆ। ਮਤਲਬ ਮਹਿੰਗਾਈ ਹੋ ਗਈ ਤੇ ਇਹਨਾਂ ਦੀ ਕੋਈ ਨਾ ਕੋਈ ਸੁਣਾਈ ਹੋਵੇ ਸਰਕਾਰ ਵੱਲੋਂ, ਤੇ ਮਤਲਬ ਇਹਨਾਂ ਦਾ ਮਕਾਨ ਮਕੂਨ ਬਣ ਜੇ। ਤੰਮੀਆਂ ਦੇ ਖੜੇ ਆ ਜਦੋਂ ਬਾਰਿਸ਼ ਆਉਂਦੀ ਬਹੁਤ ਜ਼ਿਆਦਾ ਔਖਾ ਕੰਮ ਆ। ਚਲੋ ਆਂਢ ਗੁਆਂਢ ਵਿਚਾਰੇ ਚੰਗੇ ਆ, ਮਾਰ ਲੈਂਦੇ ਆ ਆਵਾਜ਼ ਬੂਝ, ਪਰ ਤੈਨੂੰ ਪਤਾ ਕਿਸੇ ਦੇ ਘਰ ਰਹਿਣਾ ਬਹੁਤ ਔਖਾ। ਹੁਣ ਬੱਚਾ ਵੀ ਜਵਾਨ ਹੋਣਾ ਕੱਲ੍ਹ ਨੂੰ, ਅਗਲੇ ਧੀਆਂ ਭੈਣਾਂ ਤੈਨੂੰ ਪਤਾ ਜਿੱਦਾਂ ਜਿੱਦਾਂ। ਹਾਂਜੀ ਸਾਡੀ ਇਹੋ ਬੇਨਤੀ ਆ, ਇਹਨਾਂ ਦੇ ਹਾਲਾਤ ਬਹੁਤ ਚਿਰ ਤੋਂ ਮਾੜੇ ਆ। ਜੋ ਇਹਨਾਂ ਦੀ ਭਤੀਜੀ ਉਹਨਾਂ ਦੀ ਲੱਤ ਕੱਟੀ ਗਈ, ਅਨੰਦਪੁਰ ਸਾਹਿਬ ਗਏ ਸੀ ਤੇ ਬਾਅਦ ਦੇ ਵਿੱਚ ਚਲੋ 2-4 ਸਾਲ ਮਾੜਾ ਮੋਟਾ ਇਲਾਜ ਜਿੰਨਾ ਹੋਇਆ ਤੇ ਔਖਾ ਕੰਮ ਸੀ, ਉਹ ਵੀ ਫਿਰ ਡੈਥ ਹੋ ਗਈ ਉਹਨਾਂ ਦੀ। ਤੇ ਉਹ ਫਿਰ ਨਹੀਂ ਸੂਤਰ ਆਇਆ ਕੰਮ, ਤੇ ਬਹੁਤ ਜ਼ਿਆਦਾ ਮਾੜਾ ਹਾਲ ਇਹਨਾਂ ਦਾ। ਸਾਨੂੰ ਇਹੋ ਹੀ ਮੰਗਿਆ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਇਹਨਾਂ ਦਾ ਮਸਲਾ ਹੱਲ ਹੋ ਸਕੇ ਜੀ। ਠੀਕ ਹੈ ਨਾ। ਸੋ ਅਸੀਂ ਵੀ ਬੜਾ ਐਪਰੀਸ਼ੀਏਟ ਕਰਦੇ ਹਾਂ ਕਿਉਂਕਿ ਤੁਸੀਂ ਇੱਕ ਮਿਸਤਰੀ ਹੋਣ ਦੇ ਬਾਵਜੂਦ, ਕਿਉਂਕਿ ਜਿਹੜਾ ਮਿਸਤਰੀ ਹੁੰਦਾ ਆ ਉਹਨੇ ਵੀ ਰੋਜ਼ ਕਮਾਉਣਾ ਤੇ ਰੋਜ਼ ਖਾਣਾ ਆ, ਪਰ ਇਹਨਾਂ ਵੱਲੋਂ ਵੀ ਇੱਕ ਬੜਾ ਵੱਡਾ ਕਦਮ ਚੁੱਕਿਆ ਗਿਆ ਕਿ ਇਹਨਾਂ ਦੁਆਰਾ ਕਿਹਾ ਗਿਆ ਆ ਕਿ ਜੇਕਰ ਕੋਈ ਮਦਦ ਕਰਦਾ ਤਾਂ ਅਸੀਂ ਜਿਹੜਾ ਇਹਨਾਂ ਦਾ ਮਕਾਨ ਫ੍ਰੀ ਬਣਾ ਕੇ ਦੇਵਾਂਗੇ। ਸੋ ਅਸੀਂ ਤੁਹਾਨੂੰ ਇਸ ਘਰ ਦੇ ਹਾਲਾਤ ਵੀ ਦਿਖਾਉਂਦੇ ਆ। ਘਰ ਦੇ ਹਾਲਾਤ ਇਹ ਨੇ ਕਿ ਜੋ 2 ਕਮਰੇ ਨੇ ਔਰ ਜੋ ਦਰਵਾਜ਼ੇ ਨੇ ਉਹ ਵੀ ਨਾ ਹੋਇਆਂ ਵਰਗੇ ਹੀ ਹੈਗੇ ਨੇ। ਜੇਕਰ ਕੋਈ ਵੀ ਇੱਕ ਦਰਵਾਜ਼ੇ ਨੂੰ ਥੋੜ੍ਹਾ ਜਿਹਾ ਹਿਲਾਵੇ ਤਾਂ ਦਰਵਾਜ਼ਾ ਜਿਹੜਾ ਆ ਉਹ ਟੁੱਟ ਸਕਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਛੱਤਾਂ ਨੇ, ਛੱਤ ਵੀ ਜਿਹੜੀ ਆ ਉਹ ਨੀਚੇ ਨੂੰ ਝੁਕੀ ਹੋਈ ਆ, ਥੱਲੇ ਨੂੰ ਝੁਕੀ ਹੋਈ ਆ, ਔਰ ਉਹਨੂੰ ਛੱਤ ਨੂੰ ਜਿਹੜਾ ਆ ਉਹ ਥੱਲੇ ਇੱਕ ਬਾਲਿਆਂ ਦੀ ਸਹਾਇਤਾ ਦੇ ਨਾਲ ਜਿਹੜਾ ਆ ਉਹ ਖੜਾ ਕੀਤਾ ਆ। ਘਰ ਦੇ ਬਹੁਤ ਮਾੜੇ ਹਾਲਾਤ ਨੇ। ਸੋ ਅਸੀਂ ਵੀ ਸਰਕਾਰ ਕੋਲੋਂ ਔਰ ਜੋ NRI ਵੀਰ ਨੇ, ਜੋ ਦਾਨੀ ਸੱਜਣ ਨੇ, ਉਹ ਇਹਨਾਂ ਦੀ ਜ਼ਰੂਰ ਮਦਦ ਕਰਨ। ਤੁਹਾਨੂੰ ਦੱਸ ਦਈਏ ਕਿ ਸਰਹੱਦੀ ਤਹਿਸੀਲ ਅਜਨਾਲਾ ਤੋਂ ਕਰੀਬ 6 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਸਥਿਤ ਪਿੰਡ ਹੈ ਜਿਸ ਦਾ ਨਾਮ ਹਰਦ ਖੁਰਦ ਹੈ। ਔਰ ਇਹਨਾਂ ਦੇ ਘਰ ਦੇ ਵਿੱਚ ਸਿਰਫ ਇੱਕ ਇਹ ਜੋ ਖੁਦ ਮਾਂ ਔਰ ਇਹਨਾਂ ਦਾ 9 ਸਾਲ ਦਾ ਬੇਟਾ ਰਹਿੰਦਾ ਹੈ। ਔਰ ਘਰ ਦੇ ਵਿੱਚ ਕੰਮ ਕਰਕੇ ਇਹ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੇ ਨੇ। ਹੁਣ ਉਹਨਾਂ ਦੇ ਕੋਲ ਵੀ ਘਰ ਦੇ ਵਿੱਚ ਕੰਮ ਕਰਨ ਦੇ ਲਈ ਇਹਨਾਂ ਦਾ ਜੋ, ਜਿਸ ਤਰ੍ਹਾਂ ਪਿੰਡ ਵਾਸੀ ਦੱਸ ਰਹੇ ਸੀ ਕਿ ਇਹਨਾਂ ਦਾ ਸਰੀਰ ਦੇ ਵਿੱਚ ਵੀ ਕਈ ਮੁਸ਼ਕਲਾਂ ਨੇ ਔਰ ਕੰਮ ਵੀ ਨਹੀਂ ਕਰ ਪਾਉਂਦੇ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅਜਨਾਲਾ ਤੋਂ ਪ੍ਰਦੀਪ ਅਰੋੜਾ ਦੀ ਰਿਪੋਰਟ।